देश में जिस प्रकार से पेट्रोल के दाम बढ़ा दिए, ये दिल्ली सरकार की शासन चलाने की नाकामयाबी का, ये दिल्ली सरकार की शासन चलाने की नाकामयाबी का जीता जागता सबूत है। डीजल पेट्रोल की कीमत का बढ़ना हमारे हाथ से बाहर है। डीजल पेट्रोल की कीमत का बढ़ना हमारे हाथ से बाहर है। 2008-9 से 2014 के बीच जब यूपी की सरकार थी तो पेट्रोल 39 रुपए से 73 रुपए पहुंचा था। ये सच्चाई है नहीं? तो मैं आपको ये बताना चाहता हूँ कि जो हमने पेट्रोल और डीजल और ये केरोसिन ऑयल की जो हमने कीमतें कम की हैं, ये इस वक्त हम सारे बर्रे सगीर के अंदर सबसे कम पेट्रोल और डीजल की कीमत पाकिस्तान में 30 रुपए हमने पेट्रोल की कीमत कम की है। तो एक महीने में 30 रुपए सिर्फ पेट्रोल की कीमत कम की है। डीजल की कीमत पहले हमने 15 रुपए कम की थी, अब 27 रुपए हमने कम की है। तो पूरी 42 रुपए डीजल की कीमत कम की है। ਭਾਰਤ ਵਿੱਚ ਪਹਿਲਾਂ ਤਾਂ ਕਰੋਨਾ ਮਹਾਮਾਰੀ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ। ਸਰਕਾਰ ਨੇ ਲੋਕਾਂ ਦਾ ਇਸ ਮਹਾਮਾਰੀ ਦੌਰਾਨ ਬੋਝ ਤਾਂ ਕੀ ਹਲਕਾ ਕਰਨਾ ਸੀ, ਉਲਟਾ ਉਹਨਾਂ ਨੂੰ ਕਈ ਤਰ੍ਹਾਂ ਦੇ ਬਿੱਲ ਠੋਕ ਕੇ ਖੂਨ ਚੂਸ ਲਿਆ ਗਿਆ। ਬਿਜਲੀ ਦੇ ਬਿੱਲ, ਲੋਨਾਂ ਦੀਆਂ ਕਿਸ਼ਤਾਂ, ਘਰਾਂ ਦੇ ਰੈਂਟ ਅਤੇ ਪਾਣੀਆਂ ਦੇ ਬਿੱਲ, ਕਰੋਨਾ ਮਰੀਜ਼ਾਂ ਦੇ ਇਲਾਜਾਂ ਦੇ ਬਿੱਲ ਤਾਂ ਕੀ ਮਾਫ ਹੋਣੇ ਸਨ, ਉਲਟਾ ਵਿਆਜ ਠੋਕ ਕੇ ਉਹਨਾਂ ਦੀ ਹਵਾ ਕੱਢ ਦਿੱਤੀ। ਹੁਣ ਇੱਕ ਵਾਰ ਫਿਰ ਮੋਦੀ ਸਰਕਾਰ ਨੇ ਲੋਕਾਂ ਦੇ ਸੀਨੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਾਧੇ ਦਾ ਤੀਰ ਘੋਪਿਆ ਹੈ। ਲਗਾਤਾਰ 17ਵੀਂ ਵਾਰ ਲਾਕਡਾਊਨ ਦੇ ਅੰਦਰ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਸ਼ਾਇਦ ਹੁਣ ਤੱਕ ਦਾ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇੱਕੋ ਜਿਹੀਆਂ ਹੋਈਆਂ ਹੋਣ। ਲੋਕ ਤੇਲ ਦੀਆਂ ਵੱਧਦੀਆਂ ਕੀਮਤਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਹਨ ਕਿ ਸੜਕਾਂ ਤੇ ਆ ਕੇ ਪੈਟਰੋਲ ਪੰਪਾਂ ਦੀ ਭੰਨ ਤੋੜ ਕਰਨ ਲੱਗੇ ਹਨ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਕੇ ਹੋਏ ਲੋਕ ਕਿਸ ਤਰ੍ਹਾਂ ਪੈਟਰੋਲ ਪੰਪ ਦੀ ਭੰਨ ਤੋੜ ਕਰ ਰਹੇ ਨੇ। ਇਸ ਮੌਕੇ ਸਾਡੇ ਪੱਤਰਕਾਰ ਵੱਲੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ। ਮੈਂ ਕੇਵਲ ਸਿੰਘ ਸਰਪੰਚ ਦੀ ਬਾਸੀਅਤ ਜੀ ਤੇ ਅੱਜ ਤੁਸੀਂ ਇੱਥੇ ਟਰੱਕ ਯੂਨੀਅਨ ਦੇ ਵਿੱਚ ਨਾਅਰੇਬਾਜ਼ੀ ਕਰ ਰਹੇ ਹੋ, ਮਤਲਬ ਕੀ ਇਹ ਡੀਜ਼ਲ ਦੀ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ। ਗੱਡੀਆਂ ਨੂੰ ਕੁਝ ਵੀ ਨਹੀਂ ਬਚ ਰਿਹਾ ਜੀ। ਡੀਜ਼ਲ ਬਿਲਕੁਲ ਸਸਤਾ ਹੋਣਾ ਚਾਹੀਦਾ ਜੀ। ਜਿਹੜਾ ਕੋਈ ਪੰਜਾਬ ਸਰਕਾਰ ਦਾ ਵੀ ਟੈਕਸ ਲੱਗਿਆ ਹੈ ਉਹ ਵੀ ਸਸਤਾ ਹੋਣਾ ਚਾਹੀਦਾ ਜੀ। ਸਾਨੂੰ ਕੁਝ ਬਚੇ ਕੁਝ ਬਚ ਨਹੀਂ ਰਿਹਾ ਜੀ। 76 ਰੁਪਏ ਡੀਜ਼ਲ ਹੋ ਗਿਆ ਜੀ, ਕੁਝ ਨਹੀਂ ਬਚਿਆ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਡੀਜ਼ਲ ਦੀ ਮੰਗ ਕਰਦੇ ਹਾਂ, ਫਿਰ ਮਹਿੰਗਾਈ ਘਟੇ ਜੀ। ਡੀਜ਼ਲ ਦਾ ਰੇਟ ਘਟੇ ਜੀ। ਕਰਮਜੀਤ ਸਿੰਘ ਤੇ ਗੁਲਸ਼ਨਵਾਲਾ ਜੀ। ਇਹ ਡੀਜ਼ਲ ਦੀ ਮਾਰ ਪੈਣ ਕਰਕੇ ਜੀ ਗੱਡੀਆਂ ਸਾਡੀਆਂ ਸਭ ਇਸੇ ਕਰਕੇ ਖੜੀਆਂ ਨੇ। ਡੀਜ਼ਲ ਬਹੁਤ ਜ਼ਿਆਦਾ 18-19 ਦਿਨ ਹੋ ਗਏ। ਡੀਜ਼ਲ ਦਿਨ ਪਰ ਦਿਨ ਰੋਜ਼
ਵੱਧ ਰਿਹਾ ਜੀ। ਕੋਈ ਲੋਕਡਾਊਨ ਕਰਕੇ ਕੋਈ ਨਾ ਤਾਂ ਮਾਲ ਹੈ ਮਾਰਕੀਟ 'ਚ ਜੀ, ਗੱਡੀ ਲਿਜਾਣ ਜੋਗੇ ਨਹੀਂ ਅਸੀਂ ਜੀ, ਅਸੀਂ ਚਲਾ ਕੇ ਇਹਨਾਂ ਨੂੰ ਕੀ ਕਰਾਂਗੇ ਜੀ। ਇਸੇ ਕਰਕੇ ਗੱਡੀਆਂ ਸਾਰੀਆਂ ਅਸੀਂ ਸਾਈਡ ਤੇ ਲਾਈਆਂ ਨੇ ਜੀ। ਬੀਜੇਪੀ ਸਰਕਾਰ ਦਾ ਅਸੀਂ ਵਿਰੋਧ ਕਰਦੇ ਹਾਂ ਵੀ ਡੀਜ਼ਲ ਦੀ ਕਿਸੇ ਮਾਰਤੇ ਨੂੰ ਲਿਆਓ ਵੀ ਸਾਡਾ ਕਾਰੋਬਾਰ ਚੱਲੇਗਾ ਜੀ। ਤੇ ਹੋਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਡੀਜ਼ਲ ਦਾ ਰੇਟ ਸਹੀ ਕਰਨ ਤੇ ਸਾਡੀਆਂ ਜੋ ਵੀ ਹੋਰ ਅਨਸ਼ੋਰਾਂ ਨੇ ਅਨਸ਼ੋਰਾਂ ਸਹੀ ਕਰਨ। ਅਨਸ਼ੋਰਾਂ ਬਹੁਤ ਜ਼ਿਆਦੀਆਂ ਨੇ ਜੀ। ਹਾਂ ਜੀ, ਬਾਕੀ ਇਹਨਾਂ ਨੂੰ ਜੋ ਕੰਮ ਸਾਡਾ ਚੱਲ ਨਹੀਂ ਰਿਹਾ, ਸਹੀ ਕਿਸ਼ਤਾਂ ਭਰ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਇਹ ਕਿਸ਼ਤਾਂ ਦਾ ਵੀ ਕੋਈ ਕਰਨਾ ਚਾਹੀਦਾ ਇਹਨਾਂ ਨੂੰ। ਮੇਰੀਆਂ 2 ਗੱਡੀਆਂ ਨੇ ਜੀ। ਪਹਿਲੇ ਮਹੀਨੇ 'ਚ ਕਿਸੇ ਕਾਰਨ ਕਰਕੇ ਪਾਸਿੰਗ ਟੁੱਟ ਗਈ ਸੀ, ਲੋਕਡਾਊਨ ਲੱਗ ਗਿਆ ਜੀ। ਤੀਜੇ ਮਹੀਨੇ 'ਚ ਪਾਸਿੰਗ ਮੈਂ ਕਰਾ ਨਹੀਂ ਸਕਿਆ। ਹੁਣ ਮੈਂ ਪਾਸਿੰਗ ਕਰਾਉਣ ਗਿਆ ਜੀ, ਮੈਨੂੰ ਅੱਜ ਤੱਕ ਦਾ ਜੁਰਮਾਨਾ ਲੱਗ ਰਿਹਾ, ਜਦ ਕਿ ਸਾਰਾ ਦੇਸ਼ ਬੰਦ ਪਿਆ। 3 ਮਹੀਨੇ ਉਹਦਾ ਵੀ ਮੈਨੂੰ 50 ਰੁਪਏ ਰੋਜ਼ ਦੇ ਹਿਸਾਬ ਨਾਲ ਜੁਰਮਾਨਾ ਲੱਗਿਆ ਜੀ। ਦੱਸੋ ਅਸੀਂ ਕਿੱਥੋਂ ਪਾਸਿੰਗ ਕਰਾਈਏ? ਜਦੋਂ ਤੁਹਾਡਾ ਜੁਰਮਾਨਾ ਲੱਗਿਆ ਤੁਸੀਂ ਗੱਲਬਾਤ ਨਹੀਂ ਕੀਤੀ ਇਹਦੇ ਬਾਰੇ ਕਿ ਲਾਕਡਾਊਨ ਦਾ ਚੱਲ ਰਿਹਾ? ਫਿਰ ਕਰੀਏ ਜੀ, ਜਾਂਦੇ ਆ, ਕਹਿੰਦੇ ਵੀ ਇਹ ਤਾਂ ਲੱਗਣਾ ਸਰਕਾਰ ਦੇ ਆਰਡਰ ਨੇਗੇ, 50 ਰੁਪਏ ਹਿਸਾਬ ਨਾਲ ਤੁਹਾਨੂੰ ਜੁਰਮਾਨਾ ਦੇਣਾ ਪਊਗਾ ਪਾਸਿੰਗ ਦਾ। ਜੀ ਹੁਣ ਟੋਟਲੀ ਕਿੰਨਾ ਜੁਰਮਾਨਾ ਤੁਹਾਡੇ ਤੋਂ? ਜੁਰਮਾਨਾ ਜੀ ਮੈਂ ਕੱਲ 8500 ਰੁਪਇਆ ਭਰਿਆ ਜੀ। ਕਿੰਨੇ ਦਿਨਾਂ ਦਾ? ਮੈਂ 170 ਦਿਨਾਂ ਦਾ ਜੀ। ਓਕੇ, ਤੇ ਫਿਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਤਾਂ ਇਹ ਮੰਗ ਕਰਦਾ ਜੀ ਵੀ ਲੋਕਡਾਊਨ ਦੇ ਵਿੱਚ ਜਿਹਦੀ 1 ਮਹੀਨਾ ਪਹਿਲਾਂ ਵੀ ਪਾਸਿੰਗ ਟੁੱਟ ਗਈ, ਸਾਨੂੰ ਛੂਟ ਦੇਣੀ ਚਾਹੀਦੀ ਹੈ ਜੀ। ਜਿੱਦੇ ਲੋਕਡਾਊਨ ਲੱਗਿਆ ਉਦੋਂ ਤੱਕ ਦਾ ਜੁਰਮਾਨਾ ਲੈ ਸਕਦੇ ਨੇ, ਜੋ ਸਾਰਾ ਦੇਸ਼ ਬੰਦ ਪਿਆ ਉਹਦਾ ਜੁਰਮਾਨਾ ਲੈਣ ਦਾ ਕੋਈ ਹੱਕ ਨਹੀਂ ਬਣਦਾ ਜੀ। ਬਾਕੀ ਡੀਜ਼ਲ ਬਹੁਤ ਮਹਿੰਗਾ ਜੀ, ਸਾਨੂੰ ਕੁਝ ਨਹੀਂ ਬਚਦਾ, ਸਾਡੇ ਹੱਥ ਖੜੇ ਨੇ ਜੀ। ਫਿਰ ਹੁਣ ਜਿਹੜੇ ਇਹ ਤੁਸੀਂ ਗੱਡੀਆਂ ਖੜਾਈਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਲੈ ਕੇ ਜਾਣਾ ਚਾਹੋਗੇ ਕੰਮ ਤੇ ਜਾਂ ਨਹੀਂ ਲੈ ਕੇ? ਦਿਲ ਨਹੀਂ ਕਰਦਾ ਜੀ, ਲੈ ਕੇ ਕੀ ਜਾਵਾਂਗੇ, ਬਚਦਾ ਹੀ ਕੁਝ ਨਹੀਂ। ਡੀਜ਼ਲ ਬਹੁਤ ਮਹਿੰਗਾ ਹੋ ਗਿਆ, ਟੂਲ ਟੈਕਸ ਪੈ ਰਹੇ ਨੇ ਜੀ, ਬੁਰਾ ਹਾਲ ਹੈ। ਹੁਣ ਗੱਲ ਕਰਦੇ ਹਾਂ ਗੁਆਂਢੀ ਮੁਲਕ ਦੀ, ਜੋ ਕਿ ਭਾਰਤ ਦਾ ਦੁਸ਼ਮਣ ਮੁਲਕ ਵੀ ਕਹਿਲਾਇਆ ਜਾਂਦਾ ਹੈ। ਸ਼ਾਇਦ ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੇਲ ਦੀਆਂ ਕੀਮਤਾਂ ਵਿੱਚ ਇੰਨਾ ਜ਼ਿਆਦਾ ਫਰਕ ਪਾ ਦਿੱਤਾ ਹੈ ਕਿ ਸ਼ਾਇਦ ਸੁਣ ਕੇ ਇੱਕ ਵਾਰ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਮਰਾਨ ਦੇ ਇਸ ਫੈਸਲੇ ਤੇ ਤੁਸੀਂ ਵੀ ਸਿਫਤ ਕਰੋਗੇ। ਸ਼ਾयद दुनिया ਵਿੱਚ ਸਭ ਤੋਂ ਸਸਤਾ पेट्रोल ਅਤੇ डीजल पाकिस्तान ਵਿੱਚ मिलता होगा। उसके बाद हमने पूरी कोशिश की है कि लोगों के ऊपर कम से कम बोझ इन मुश्किल दिनों में पड़े। तो मैं आपको ये बताना चाहता हूँ कि जो हमने पेट्रोल और डीजल और ये केरोसिन ऑयल की जो हमने कीमतें कम की हैं, ये इस वक्त हम सारे बर्रे सगीर के अंदर सबसे कम पेट्रोल और डीजल की कीमत पाकिस्तान में है। मैं सिर्फ आपको ये बताना चाहता हूँ कि हमने 1 महीने के अंदर 30 रुपए हमने पेट्रोल की कीमत कम की है। पहले हमने 15 रुपए कम की थी, अब फिर हमने 15 रुपए पेट्रोल की कीमत कम की है। तो 1 महीने में 30 रुपए सिर्फ पेट्रोल की कीमत कम की है। डीजल की कीमत पहले हमने 15 रुपए कम की थी, अब 27 रुपए हमने कम की है। तो पूरी 42 रुपए डीजल की कीमत कम की है। याद रखें कि डीजल वो फ्यूल है जो इस्तेमाल करते हैं, जो हमारे ये किसान अब कटाई का वक्त है, गंदम की कटाई का, तो किसान भी इसको इस्तेमाल करते हैं, ट्रांसपोर्ट में ये इस्तेमाल होते हैं, इसका असर सारी जगह पे जाता है। तो जब 42 रुपए डीजल की कीमत कम हुई है, तो मैं आज सारे चीफ सेक्रेटरीज को मैसेज पहुंचाई है कि आप अब सारे इसका फ़ायदा उठाते हुए बाकी लोगों को भी कहें, जो भी काम मसद फ्लावर मिल्स हैं, जो भी डीजल को इस्तेमाल करती हैं, सबकी अब जिम्मेदारी है कि वो भी अपनी कीमतें कम करें, क्योंकि जब कीमतें ऊपर जाती हैं तो सारी कीमतें बढ़ा देते हैं। अब अगर 42 रुपए डीजल की कीमत कम हुई है, तो इसका मतलब सारी चीज़ों की अब कीमतों को नीचे आना चाहिए और ਆਮ ਲੋਕਾਂ ਦੀ ਆਸਾਨੀ ਹੋਣੀ ਚਾਹੀਦੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਇਦ ਬਿਲਕੁਲ ਸਹੀ ਕਹਿ ਰਹੇ ਹਨ। ਜਦੋਂ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਬਾਕੀ ਵਸਤਾਂ ਦੀਆਂ ਕੀਮਤਾਂ ਵੀ ਆਪਣੇ ਆਪ ਵਧਦੀਆਂ ਹਨ। ਹੁਣ ਤੇਲ ਦੀਆਂ ਕੀਮਤਾਂ ਘੱਟ ਹੋਣ ਨਾਲ ਬਾਕੀ ਵਸਤਾਂ ਦੀਆਂ ਕੀਮਤਾਂ ਵੀ ਘੱਟ ਦੇਖਣ ਨੂੰ ਮਿਲਣਗੀਆਂ, ਜਿਸ ਨਾਲ ਉਹਨਾਂ ਦੇ ਮੁਲਕ ਦੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਲੋਕ ਕੁਝ ਸਾਹ ਲੈ ਸਕਣਗੇ। ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ, ਪਾਕਿਸਤਾਨ ਵਰਗੇ ਦੇਸ਼ ਤੇ ਇੰਨਾ ਜ਼ਿਆਦਾ ਕਰਜ਼ਾ ਕਿ ਉਹ ਸ਼ਾਇਦ ਕਦੇ ਕਰਜ਼ਾ ਮੁਕਤ ਵੀ ਨਾ ਹੋ ਸਕੇ। ਉੱਥੇ ਹੀ ਸਾਡਾ ਭਾਰਤ ਹੈ ਜਿਹੜਾ ਕਿ ਇੰਨਾ ਜ਼ਿਆਦਾ ਮਜ਼ਬੂਤ ਹੈ ਅਤੇ ਪਾਕਿਸਤਾਨ ਦੇ ਮੁਕਾਬਲੇ ਮੋਦੀ ਕੋਲ ਇੰਨੀ ਮਜ਼ਬੂਤ ਅਰਥ ਵਿਵਸਥਾ ਵਾਲਾ ਦੇਸ਼ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਕਿੱਥੇ ਤਾਂ ਕੁਝ ਮੁਲਕਾਂ ਵਿੱਚ ਤੇਲ ਮੁਫਤ ਦੇ ਭਾਅ ਵਿਕ ਰਿਹਾ ਸੀ, ਉੱਥੇ ਹੀ ਸਾਡੇ ਪ੍ਰਧਾਨ ਮੰਤਰੀ ਜੋ ਕਿ ਤੇਲ ਦੀਆਂ ਕੀਮਤਾਂ ਘਟਾਉਣ ਦੀ ਬਜਾਏ
ਵਧਾਉਣ ਵਿੱਚ ਤੁਲੇ ਹੋਏ ਹਨ। ਭਾਰਤ ਜ਼ਿਆਦਾਤਰ ਤੇਲ ਅਰਬ ਦੇਸ਼ਾਂ ਵਿੱਚੋਂ ਲੈਂਦਾ ਹੈ, ਜਿੱਥੇ ਕਿ ਕੱਚੇ ਤੇਲ ਦੀਆਂ ਕੀਮਤਾਂ ਮੁਫਤ ਦੇ ਭਾਅ ਹਨ, ਪਰ ਭਾਰਤ ਮੁਲਕ ਫਿਰ ਵੀ ਤੇਲ ਦੀਆਂ ਕੀਮਤਾਂ ਅੱਗ ਲਗਾ ਕੇ ਵਧਾ ਰਿਹਾ ਹੈ। ਕਿ ਕਦੇ ਸਰਕਾਰ ਆਮ ਲੋਕਾਂ ਦਾ ਸੋਚੇਗੀ ਵੀ ਜਾਂ ਨਹੀਂ? ਕਿਉਂਕਿ ਪਹਿਲਾਂ ਤਾਂ ਕਰੋਨਾ ਮਹਾਮਾਰੀ ਨੇ ਭਾਰਤ ਦੇ ਲੋਕਾਂ ਦੀ ਪਿੱਠ ਤੋੜ ਦਿੱਤੀ ਅਤੇ ਹੁਣ ਨਰਿੰਦਰ ਮੋਦੀ ਜੀ ਮੋਢਿਆਂ ਤੇ ਬਹਿ ਕੇ ਆਮ ਜਨਤਾ ਦਾ ਤਰਾਹ ਕੱਢ ਰਹੇ ਹਨ। ਇੱਥੇ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਤੇਲ ਦੀਆਂ ਕੀਮਤਾਂ ਕਿਸ ਆਧਾਰ ਤੇ ਵਧਾਈਆਂ ਜਾ ਰਹੀਆਂ ਨੇ ਅਤੇ ਕਿਉਂ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦ ਕਿ ਤੇਲ ਦੀਆਂ ਕੀਮਤਾਂ ਘਟਾ ਕੇ ਉਹਨਾਂ ਦੀ ਜ਼ਿੰਦਗੀ ਦੇ ਬੋਝ ਨੂੰ ਹਲਕਾ ਕੀਤਾ ਜਾ ਸਕਦਾ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਭਾਰਤੀ ਸਰਕਾਰ ਵਿੱਚ ਲਾਅ ਅਤੇ ਜਸਟਿਸ ਦੇ ਯੂਨੀਅਨ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ ਵੱਲੋਂ ਸਾਫ਼-ਸਾਫ਼ ਸ਼ਬਦਾਂ ਵਿੱਚ ਸਪਸ਼ਟ ਕਰ ਦਿੱਤਾ ਗਿਆ ਕਿ ਸਰਕਾਰ ਤੇਲ ਦੀਆਂ ਕੀਮਤਾਂ ਕਿਸੇ ਵੀ ਹਾਲਾਤਾਂ ਵਿੱਚ ਨਹੀਂ ਘਟਾਵੇਗੀ ਅਤੇ ਨਾ ਹੀ ਤੇਲ ਦੀਆਂ ਕੀਮਤਾਂ ਘਟਾਉਣ ਦੇ ਹੱਕ ਵਿੱਚ ਹਨ। डीजल पेट्रोल की कीमत का बढ़ना हमारे हाथ से बाहर है। वेनेजुला में राजनीतिक अस्थिरता है, ईरान के ऊपर अमेरिका के सैंक्शन का दबाव और प्रभाव है, और जो अमेरिका में शेल गैस बनने वाली थी वो अभी तक प्रोडक्शन में नहीं आई। राजनीतिक भयंकर अस्थिरता है। आपने देखा होगा कि वहां के राष्ट्रपति के ऊपर हमला करने की कोशिश की गई थी ड्रोन के द्वारा एक परेड में। ईरान के बारे में मैंने बताया, वहां सैंक्शन की समस्या है और शेल गैस का उत्पादन अमेरिका के द्वारा अभी नहीं हो पाया है पूरा। 2008-9 से 2014 के बीच जब यूपीए की सरकार थी तो पेट्रोल 39 रुपए से 73 रुपए पहुंचा था। ये सच्चाई है या नहीं है? हमारे समय में कुछ बढ़ा है, पहले घटा भी था। ਉੱਥੇ ਹੀ ਮੋਦੀ ਸਰਕਾਰ ਵੱਲੋਂ ਵੀ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਸਰਕਾਰ ਨਾ ਤਾਂ ਤੇਲ ਦੀਆਂ ਕੀਮਤਾਂ ਘਟਾ ਸਕਦੀ ਹੈ ਅਤੇ ਨਾ ਹੀ ਕੋਸ਼ਿਸ਼ ਕਰੇਗੀ। 3 साल का रिपोर्ट कार्ड के कुछ ही घंटों में उन्होंने देश में जिस प्रकार से पेट्रोल के दाम बढ़ा दिए, ये दिल्ली सरकार की शासन चलाने की नाकामयाबी का जीता जागता सबूत है। देश की जनता के अंदर भारी आक्रोश है। ਬਿਲਕੁਲ ਸੱਚ। ज्योतिष एक विद्या, एक ਸਾਇੰਸ। ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26004।